ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ। ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ। ਸਨਮਾਨਯੋਗ ਸਤ ਸੰਗਤ ਜੀਓ, ਅੱਜ ਦੇ ਸ਼ੁਭ ਦਿਹਾੜੇ ਤੇ ਗੁਰਮਤਿ ਗੁਰਬਾਣੀ ਇਤਿਹਾਸਕ ਵਿਚਾਰਾਂ ਆਰੰਭ ਕਰਾਂ। ਪੇਸ਼ਤਰ ਗੁਰਦੇਵ ਦੀ ਬਖਸ਼ੀ ਨਿਮਰ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਧਰਤੀ ਤੇ ਅਸੀਂ ਜੀਵਨ ਬਤੀਤ ਕਰ ਰਹੇ ਹਾਂ, ਇੱਕ ਹਿੰਦੂ ਮਿਥਿਓਲੋਜੀ ਹੈ ਕਿ ਇਸ ਨੂੰ ਇੱਕ ਬੁੱਢੇ ਬੈਲ ਨੇ ਚੁੱਕਿਆ ਹੋਇਆ ਹੈ, ਉਠਾਇਆ ਹੋਇਆ ਹੈ। ਤੇ ਜਦੋਂ ਉਹ ਬੈਲ ਸਿੰਘ ਬਦਲਦਾ ਹੈ, ਪ੍ਰਿਥਵੀ ਦੇ ਉੱਤੇ ਜ਼ਲਜ਼ਲੇ ਆਉਂਦੇ ਹੈ, ਭੂਕੰਪ ਆਉਂਦੇ ਹੈ, ਅਰਥਕੁਏਕ ਹੁੰਦੇ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਅੱਜ ਆਗਮਨ ਪੁਰਬ ਹੈ, ਪ੍ਰਕਾਸ਼ ਪੁਰਬ ਹੈ। ਮੇਰੀ ਸੇਜੜੀਏ ਅਡੰਬਰ ਬਣਿਆ, ਮਨ ਆਨੰਦ ਭਇਆ, ਪ੍ਰਭ ਆਵਤ ਸੁਣਿਆ। ਗੁਰਸਿੱਖ ਲਈ ਇਸ ਤੋਂ ਖੁਸ਼ੀ ਦੀ ਗੱਲ ਨਹੀਂ ਕੋਈ ਹੋ ਸਕਦੀ ਕਿ ਸਤਿਗੁਰੂ ਜੀ ਦਾ ਆਗਮਨ ਹੈ, ਪ੍ਰਕਾਸ਼ ਹੈ। ਤੇ ਗੁਰੂ ਵੀ ਉਹ ਜੋ ਵਲੀ ਅੱਲਾ ਹੈ, ਜੋ ਜ਼ਾਹਰ ਪੀਰ ਹੈ, ਜੋ ਮੁਰਸ਼ਿਦਾਂ ਦਾ ਮੁਰਸ਼ਦ ਹੈ, ਤੇ ਜਿਸ ਗੁਰੂ ਦੀ ਵਡਿਆਈ ਰੋਮ ਰੋਮ ਕਰਕੇ ਵੀ ਕੀਤੀ ਜਾਏ, ਕੀਤੀ ਨਹੀਂ ਜਾ ਸਕਦੀ। ਸਵਾਸ ਸਵਾਸ ਵੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਗਾਇਨ ਕੀਤਾ ਜਾਏ ਤਾਂ ਉਹ ਮਹਿਮਾ ਕਥਨ ਤੋਂ ਪਰੇ ਹੈ। ਮੈਨੂੰ ਕਈ ਦਫਾ ਐਸਾ ਪ੍ਰਤੀਤ ਹੁੰਦਾ ਹੈ, ਬਾਣੀ ਦੀਆਂ ਇਹ ਜਿਹੜੀਆਂ ਪੰਕਤੀਆਂ ਧੰਨ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਉੱਤੇ ਹਨ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਹੈ ਗੁਰੂ ਨਾਨਕ ਸਾਹਿਬ, ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ ਵਰਣਨ ਕਰੀਏ, ਤੁਹਾਡੇ ਕਿਹੜੇ ਕਿਹੜੇ ਗੁਣਾਂ ਦਾ ਉਲੇਖ ਕਰੀਏ। ਤੁਸੀਂ ਤੇ ਗੁਣਾਂ ਦੇ ਸਾਗਰ ਹੋ, ਤੁਸੀਂ ਤੇ ਗੁਣਾਂ ਦੇ ਰਤਨਾਗਰ ਹੋ। ਪਰ ਕਿਉਂਕਿ ਅੱਜ ਖੁਸ਼ੀ ਦਾ ਦਿਨ ਹੈ, ਆਨੰਦ ਦਾ ਸਮਾਂ ਹੈ, ਮੈਂ ਜ਼ਰੂਰੀ ਬੇਨਤੀ ਕਰਨੀ ਸਮਝਦਾ ਹਾਂ ਕਿ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਬੇਦੀ ਕੁਲਭੂਸ਼ਣ ਧੰਨ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ ਹੈ, ਪ੍ਰਕਾਸ਼ ਹੋਇਆ ਹੈ। ਔਰ ਤਲਵੰਡੀ ਰਾਏ ਪੋਏ ਸ਼ੇਖੂਪੁਰਾ ਪਾਕਿਸਤਾਨ ਨਨਕਾਣਾ ਸਾਹਿਬ ਦਾ ਉਹ ਅਸਥਾਨ ਧਨ ਹੈ। ਉਹਨੂੰ ਛੱਤ ਛੱਤ ਨਮਸਕਾਰ ਕਰੀਏ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਬਾਲਿਆ, ਲੈ ਧੂੜ ਮੁਖ ਲਾਵਾਂ। ਤੇ ਮੈਂ ਬੇਨਤੀ ਕਰਾਂ, ਇਸ ਵਕਤ ਦੁਨੀਆ ਬੜੀ
ਕ੍ਰਿਟੀਕਲ ਦੌਰ 'ਚੋਂ ਗੁਜ਼ਰ ਰਹੀ ਹੈ। ਬੜਾ ਭਿਅੰਕਰ ਦੌਰ ਹੈ, ਜਾਂ ਐਸਾ ਸੁਣਿਆ ਗਿਆ ਨਾ ਐਸਾ ਦੇਖਿਆ ਗਿਆ। ਪਰ ਮੈਂ ਸਵੇਰੇ ਪਾਕਿਸਤਾਨ ਨਨਕਾਣਾ ਸਾਹਿਬ ਤੋਂ ਅਲੀ ਕਾਜ਼ਮੀ ਦੀ ਰਿਪੋਰਟ ਦੇਖ ਰਿਹਾ ਸੀ YouTube ਦੇ ਉੱਤੇ। ਨਨਕਾਣਾ ਸਾਹਿਬ ਸੰਗਤ ਨੇ ਕਰੋਨਾ ਦੀ ਪਰਵਾਹ ਨਹੀਂ ਕੀਤੀ, ਫਿਰ ਵੀ ਦੂਰ ਦਰਾਜ਼ ਤੋਂ ਸਿੱਖ ਸੰਗਤਾਂ ਪਹੁੰਚੀ ਹੈ। ਇੱਕ ਸੱਜਣ ਇੰਗਲੈਂਡ ਤੋਂ ਪਹੁੰਚੇ, ਉਹ ਕਹਿੰਦੇ ਭਾਵੇਂ ਟੂਰਿਸਟ ਵੀਜ਼ਾ ਮੈਨੂੰ ਨਹੀਂ ਮਿਲਿਆ, ਮੈਂ ਬਿਜ਼ਨਸ ਵੀਜ਼ਾ ਲੈ ਕੇ ਕਰਾਚੀ ਆਇਆ ਅਤੇ ਮੇਰੀ ਇੱਛਾ ਸੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਂ। ਉਹਦੀ ਇੰਟਰਵਿਊ ਸੀ ਅੱਜ ਅਲੀ ਕਾਜ਼ਮੀ ਦੇ ਨਾਲ। ਨਨਕਾਣਾ ਸਾਹਿਬ ਦੇ ਬਾਹਰ ਉਹ ਗੁਫ਼ਤਗੂ ਕਰ ਰਿਹਾ ਸੀ, ਇੰਟਰਵਿਊ ਦੇ ਰਿਹਾ ਸੀ। ਭਾਵ ਸਿੱਖ ਜਿੱਥੇ ਵੀ ਬੈਠਾ ਹੈ ਉਹ ਨਨਕਾਣੇ ਨਾਲ ਜੁੜਿਆ ਹੋਇਆ ਹੈ। ਨਨਕਾਣਾ ਸਾਹਿਬ ਦੀ ਸਾਡੇ ਲਈ ਇੰਪੋਰਟੈਂਸ ਉਹ ਹੈ, ਮੈਂ ਕਈ ਦਫਾ ਬੇਨਤੀ ਕੀਤੀ ਹੈ, ਫਿਰ ਕਰਦੇ ਹਾਂ। ਰਾਤੀ ਬਾਬਾ ਮੱਖਣ ਸ਼ਾਹ ਵੀ ਕੀਤੀ, ਅੱਜ ਦੁਪਹਿਰੇ ਵੀ ਕੀਤੀ, ਸਵੇਰ ਦੀ ਮੁਖਵਾਕ ਦੀ ਕਥਾ 'ਚ ਵੀ ਕੀਤੀ। ਪਲੀਜ਼ ਪੇ ਯੂਅਰ ਅਟੈਂਸ਼ਨ। ਜੋ ਗੱਲ ਮੈਂ ਕਹਿ ਰਿਹਾ ਥੋੜ੍ਹਾ ਧਿਆਨ ਨਾਲ ਸਰਵਣ ਕਰਨਾ। ਅਗਰ ਕੋਈ ਕ੍ਰਿਸਚੀਅਨ ਇਹ ਕਹਿੰਦਾ ਹੈ ਕਿ ਮੈਂ ਕ੍ਰਿਸਚੀਅਨ ਹਾਂ, ਤਾਂ ਉਹ ਸਿੱਧਾ ਕ੍ਰੈਡਿਟ ਲਾਰਡ ਜੀਸਸ ਕ੍ਰਾਈਸਟ ਨੂੰ ਜਾਂਦਾ ਹੈ, ਕਿਉਂਕਿ ਕ੍ਰਾਈਸਟ ਤੋਂ ਬਾਅਦ ਕ੍ਰਿਸਚੈਨਿਟੀ ਦਾ ਜਨਮ ਹੁੰਦਾ ਹੈ। ਅਗਰ ਕੋਈ ਬੋਧੀ ਇਹ ਕਹਿੰਦਾ ਹੈ ਕਿ ਮੈਂ ਬੋਧੀ ਹਾਂ, ਤੇ ਉਹ ਸਿੱਧਾ ਕ੍ਰੈਡਿਟ ਲਾਰਡ ਬੁੱਧਾ ਨੂੰ ਜਾਂਦਾ ਹੈ, ਕਿਉਂਕਿ ਮਹਾਤਮਾ ਬੁੱਧ ਤੋਂ ਬਾਅਦ ਬੁੱਧ ਧਰਮ ਦੀ ਆਰੰਭਤਾ ਹੁੰਦੀ ਹੈ। ਅਗਰ ਕੋਈ ਜੈਨੀ ਕਹਿੰਦਾ ਹੈ ਮੈਂ ਜੈਨੀ ਹਾਂ, ਤਾਂ ਸਵਾਮੀ ਮਹਾਵੀਰ ਨੂੰ ਕ੍ਰੈਡਿਟ ਜਾਂਦਾ ਹੈ, ਕਿਉਂਕਿ ਉਹਨਾਂ ਤੋਂ ਬਾਅਦ ਜੈਨ ਧਰਮ ਦੀ ਆਰੰਭਤਾ ਹੁੰਦੀ ਹੈ। ਅਗਰ ਸਾਰੀ ਦੁਨੀਆ ਦੇ ਵਿੱਚ ਕੋਈ ਸਿੱਖ ਕਹਿੰਦਾ ਹੈ ਕਿ ਮੈਂ ਸਿੱਖ ਹਾਂ, ਤੇ ਇਹਦਾ ਕ੍ਰੈਡਿਟ ਧੰਨ ਗੁਰੂ ਨਾਨਕ ਸਾਹਿਬ ਨੂੰ ਜਾਂਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਬਾਨੀ ਹੈ। ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਹੈ। ਉਹ ਫਾਊਂਡਰ ਹਨ, ਉਹ ਸਾਡੇ ਮਜ਼ਹਬ ਦੇ ਰਚਨਹਾਰੇ ਹਨ, ਕਿਉਂਕਿ ਉਸ ਵਕਤ ਦੋ ਧਰਮ ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਸਨ। ਮੈਂ ਗੱਲ ਪ੍ਰਕਾਸ਼ ਤੋਂ ਆਰੰਭ ਕਰਾਂ, ਕਿਉਂਕਿ ਹਜ਼ੂਰ ਦਾ ਆਗਮਨ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਪ੍ਰਕਾਸ਼ ਦਾ ਜ਼ਿਕਰ ਹੈ। ਸਤਿਗੁਰ ਦੇ ਆਗਮਨ ਦਾ ਉਲੇਖ ਹੈ। ਮਹਾਰਾਜ ਬਾਣੀ ਦੇ ਵਿੱਚ ਕਥਨ ਕਰਦੇ ਨੇ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਉਹ ਪਿਤਾ ਮਹਿਤਾ ਕਾਲੂ ਜੀ ਧੰਨ ਹਨ, ਉਹ ਮਾਤਾ ਤ੍ਰਿਪਤਾ ਜੀ ਧੰਨ ਹਨ, ਉਹ ਬੇਦੀ ਕੁਲ ਧੰਨ ਹੈ, ਉਹ ਨਨਕਾਣੇ ਦੀ ਜੋ ਜ਼ਮੀਨ ਹੈ ਮੁਕੱਦਸ ਜ਼ਮੀਨ ਹੈ, ਜਿੱਥੇ ਜਾਹਰ ਪੀਰ ਜਗਤ ਗੁਰ ਬਾਬਾ ਅੱਜ ਅਵਤਾਰ ਲੈ ਕੇ ਆਏ ਨੇ, ਤੇ ਸਾਰਿਆਂ ਨੇ ਉਹਨਾਂ ਦੇ ਅਵਤਾਰ ਦੀ ਪ੍ਰਕਾਸ਼ ਦੀ ਕਥਾ ਕਰੀਬਨ 4 ਜਨਮ ਸਾਖੀਆਂ ਨੇ ਲਿਖੀ ਹੈ। ਭਾਈ ਬਾਲਾ ਜੀ ਦੀ ਜਨਮ ਸਾਖੀ ਹੈ, ਵਲਾਇਤ ਵਾਲੀ ਜਨਮ ਸਾਖੀ ਹੈ, ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ, ਮੈਕਾਲਫ ਨੇ ਲਿਖਿਆ ਹੈ, ਕਵੀ ਸੰਤੋਖ ਸਿੰਘ ਜੀ ਨੇ ਪ੍ਰਕਾਸ਼ ਦੀ ਘਟਨਾ ਲਿਖੀ ਹੈ। ਜਦੋਂ ਹਜ਼ੂਰ ਇਸ ਸੰਸਾਰ ਦੇ ਵਿੱਚ ਆਏ ਨੇ, ਤੇ ਮੈਂ ਅਰਜ਼ ਕਰਾਂ ਉਹ ਮਾਤਾ ਤ੍ਰਿਪਤਾ ਕਿਤਨੇ ਭਾਗਾਂ ਵਾਲੇ ਹਨ, ਉਹਨਾਂ ਦੀ ਕਿੰਨੀ ਤਪੱਸਿਆ ਹੋਵੇਗੀ। ਮੈਂ ਬੇਨਤੀ ਕਰਦੇ ਹਾਂ, ਪਲੀਜ਼ ਤਵਾਜ਼ਨ ਦੇਣਾ। ਗੁਰੂ ਨਾਨਕ ਕੋਈ ਸਰੀਰ ਨਹੀਂ ਹਨ। ਗੁਰੂ ਨਾਨਕ ਬਿਯੋਂਡ ਆਫ ਦਾ ਦੇ ਕੁਡ ਬੀ ਇੰਪੈਂਟ ਟੂ ਦਾ 5 ਐਲੀਮੈਂਟਸ। ਉਹ 5 ਤੱਤਾਂ ਤੋਂ ਪਰੇ ਹਨ। ਗੁਰੂ ਨਾਨਕ ਕੋਈ ਵਜੂਦ ਨਹੀਂ ਹਨ। ਤੇ ਜੇ ਪਟ ਸਹਿਬਾਨ ਦੀ ਦ੍ਰਿਸ਼ਟੀ ਤੋਂ ਦੇਖੀਏ ਤੇ ਗੁਰੂ ਨਾਨਕ ਸਾਹਿਬ ਕੌਣ ਹਨ, ਤੇ ਉੱਥੇ ਸ਼ਬਦ ਹਨ, ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਸਾਖਸ਼ਾਤ ਨਿਰੰਕਾਰ ਸਾਤ। ਉਹ ਵਾਹਿਗੁਰੂ ਨੇ ਰੂਪ ਵਟਾਇਆ ਹੈ, ਤੇ ਉਹ ਧੰਨ ਗੁਰੂ ਨਾਨਕ ਸਾਹਿਬ ਦੇ ਰੂਪ 'ਚ ਇਸ ਸੰਸਾਰ 'ਚ ਪ੍ਰਕਾਸ਼ਮਾਨ ਹੋਏ ਹੈ। ਆਗਮਨ ਹੋਇਆ ਹੈ।
ਤੇ ਮੈਂ ਅਰਜ਼ ਕਰਾਂ, ਹੁਣੇ ਭਾਈ ਸਾਹਿਬ ਸ਼ਬਦ ਗਾਇਨ ਕਰ ਰਹੇ ਸਨ, ਰਾਤੀ ਵੀ ਕੁਦਰਤੀ ਸੰਜੋਗ ਦੀ ਗੱਲ ਅਸੀਂ ਇਕੱਠੇ ਹੀ ਸਾਂ। ਭਾਈ ਸਾਹਿਬ ਸ਼ਬਦ ਗਾਇਨ ਕਰਦੇ ਸਨ ਤੇ ਉਹਦੀਆਂ ਪੰਕਤੀਆਂ ਹਨ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਮੈਂ ਅਕਸਰ ਬੇਨਤੀ ਕਰਦਾ ਹਾਂ, ਦੁਖੀ ਬੰਦਾ ਬੜੇ ਗਹਿਰੇ ਤਲ ਤੋਂ ਅਰਦਾਸ ਕਰਦਾ ਹੈ, ਬੇਚੈਨ ਬੰਦਾ ਬੜੇ ਗਹਿਰੇ ਤਲ ਤੋਂ ਪ੍ਰਾਰਥਨਾ ਕਰਦਾ ਹੈ। ਪਰ ਬੜੀ ਹੈਰਾਨਗੀ ਦੀ ਗੱਲ, ਮਨੁੱਖ ਦੁਖੀ ਹਨ, ਪਸ਼ੂ ਪੰਛੀ ਦੁਖੀ ਹਨ, ਲੋਕਾਈ ਦੁਖੀ ਹੈ, ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਧਰਤੀ ਵੀ ਦੁਖੀ ਹੈ। ਉਹ ਪਾਪਾਂ ਨਾਲ ਭਰ ਗਈ ਹੈ, ਉਹ ਅਪਰਾਧਾਂ ਨਾਲ ਭਰ ਗਈ ਹੈ। ਤੇ ਜਦੋਂ ਉਹ ਪਾਪ ਅਪਰਾਧਾਂ ਨਾਲ ਭਰ ਗਈ, ਮੈਂ ਵਿਚਾਰ ਆਰੰਭ ਕੀਤੀ ਕਿ ਧਰਤੀ ਨੂੰ ਬੌਲ ਦਾ ਆਸਰਾ ਹੈ, ਬੈਲ ਦਾ ਆਸਰਾ ਹੈ, ਤੇ ਧੰਨ ਗੁਰੂ ਨਾਨਕ ਸਾਹਿਬ ਦੀ ਆਦ ਬਾਣੀ ਜਪ ਹੈ। ਜਪਜੀ ਸਾਹਿਬ ਪਹਿਲੇ ਬੋਲ ਹਨ। ਜੇ ਜਪਜੀ ਸਾਹਿਬ ਨੂੰ ਸਮਝ ਲਿਆ ਜਾਏ ਤੇ ਗੁਰੂ ਨਾਨਕ ਸਾਹਿਬ ਦੀ ਸਾਰੀ ਫਿਲਾਸਫੀ ਸਮਝੀ ਜਾ ਸਕਦੀ ਹੈ, ਉਹਨਾਂ ਦੀ ਸਾਰੀ ਆਈਡੀਓਲੋਜੀ ਸਮਝੀ ਜਾ ਸਕਦੀ, ਕਿਉਂਕਿ ਉਹ ਮਾਰਨਿੰਗ ਪ੍ਰੇਅਰ ਵੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਧਰਤੀ ਵਾਕਈ ਬੈਲ ਦੇ ਆਸਰੇ ਤੇ ਖੜੀ ਹੈ, ਪਰ ਉਹ ਬੈਲ ਕਿਹੜਾ ਹੈ? ਮਹਾਰਾਜ ਕਥਨ ਕਰਦੇ ਨੇ, ਦੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਮਹਾਰਾਜ ਕਹਿੰਦੇ ਨੇ ਉਹ ਬੈਲ ਧਰਮ ਰੂਪੀ ਹੈ। ਜਦੋਂ ਧਰਤੀ ਤੋਂ ਧਰਮ ਦੂਰ ਹੁੰਦਾ ਹੈ, ਅਪਰਾਧ ਵੱਧਦਾ ਹੈ, ਟੌਰਚਰ ਵੱਧਦੇ ਨੇ, ਬੈਲੈਂਸ ਡਾਵਾਂ ਡੋਲ ਹੁੰਦਾ ਹੈ, ਤੇ ਫਿਰ ਧਰਤੀ ਵੀ ਪ੍ਰਭੂ ਅੱਗੇ ਅਰਦਾਸ ਕਰਦੀ ਹੈ, ਪਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹੈ। ਤੇ ਮੈਂ ਅਰਜ਼ ਕਰਾਂ, ਜਦੋਂ ਧਰਤੀ ਨੇ ਅਰਦਾਸ ਕੀਤੀ, ਪ੍ਰਾਰਥਨਾ ਕੀਤੀ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਤੇ ਭਾਈ ਸਾਹਿਬ ਨੇ ਉੱਥੇ ਜਿਹੜੀ ਇਬਾਰਤ ਲਿਖੀ ਹੈ, ਭਾਈ ਸਾਹਿਬ ਨੇ ਉੱਥੇ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਵਿੱਚ ਜਿਹੜੇ ਸ਼ਬਦ ਕਹੇ ਹੈ, ਉਹ ਕਹਿੰਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਸਾਹਿਬ ਧਰਤੀ ਦੀ ਪੁਕਾਰ ਸੁਣ ਕੇ ਇਸ ਧਰਤੀ ਤੇ ਆਏ, ਤੇ ਇਧਰੋਂ ਕਹਿੰਦੇ ਨੇ ਪਿਤਾ ਮਹਿਤਾ ਕਾਲੂ, ਕਿਉਂਕਿ ਤਿਆਰੀ ਹੋ ਰਹੀ ਹੈ ਨਨਕਾਣਾ ਸਾਹਿਬ ਹਜ਼ੂਰ ਦੇ ਆਗਮਨ ਦੀ, ਉਹ ਪ੍ਰੈਪਰੇਸ਼ਨ ਹੋ ਰਹੀ ਹੈ। ਤੇ ਜਨਮ ਸਾਖੀ ਦੇ ਕਰਤਾ ਨੇ ਲਿਖਿਆ ਹੈ, ਮਾਤਾ ਤ੍ਰਿਪਤਾ ਜੀ ਬੈਠੇ ਨੇ, ਪਿਤਾ ਮਹਿਤਾ ਕਾਲੂ ਜੀ ਬੈਠੇ ਹੈ। ਦਿਸ ਇਜ਼ ਏ ਓਨਲੀ ਫੈਮਿਲੀ ਡਿਸਕਸ਼ਨ। ਮੈਂ ਬੇਨਤੀ ਕਰਾਂ, ਗ੍ਰਿਸ਼ਤੀ ਤੁਸੀਂ ਵੀ ਹੋ, ਸਾਰੇ ਗ੍ਰਿਸ਼ਤੀ ਹਨ, ਇੱਕ ਪਰਿਵਾਰ ਦੀ ਗੁਫ਼ਤਗੂ ਹੈ। ਤੇ ਮਹਿਤਾ ਕਾਲੂ ਜੀ ਤ੍ਰਿਪਤਾ ਜੀ ਨੂੰ ਕਹਿੰਦੇ ਨੇ ਕਿ ਵਾਹਿਗੁਰੂ ਉਸ ਨਿਰੰਕਾਰ ਨੇ ਸਾਨੂੰ ਸਭ ਕੁਝ ਦਿੱਤਾ ਹੈ, ਕਿਉਂਕਿ ਪਿਤਾ ਮਹਿਤਾ ਕਾਲੂ ਜੀ ਦੀ ਜਿਹੜੀ ਹੈਸੀਅਤ ਹੈ ਉਹ ਬੜੀ ਉੱਚ ਕੋਟੀ ਦੀ ਹੈ। ਉਹ ਰਾਏ ਬਲਾਰ ਦੇ ਕੋਲ ਅੱਛੀ ਨੌਕਰੀ ਕਰ ਰਹੇ ਹੈ, ਘਰ ਦੇ ਵਿੱਚ ਧਨ ਦੀ ਦੌਲਤ ਦੀ ਕੋਈ ਕਮੀ ਨਹੀਂ ਹੈ, ਨੌਕਰ ਚਾਕਰ ਵੀ ਹਨ, ਤੇ ਘਰ ਦੇ ਵਿੱਚ ਇੱਕ ਸੁੰਦਰ ਬਿਟੀਆ ਨਾਨਕੀ ਜੀ ਵੀ ਹਨ। ਮਹਿਤਾ ਕਾਲੂ ਕਹਿੰਦੇ ਨੇ, ਤ੍ਰਿਪਤਾ ਜੀ ਨੂੰ ਬਚਨ ਕਰ ਰਹੇ ਹੈ, ਕਹਿੰਦੇ ਨੇ ਜੇ ਵਾਹਿਗੁਰੂ ਦਾ ਕਿਰਪਾ ਹੋ ਜਾਏ ਤੇ ਨਾਨਕੀ ਦਾ ਵੀਰ ਆ ਜਾਏ, ਸਾਡੇ ਘਰ ਦੇ ਵਿੱਚ ਸਪੁੱਤਰ ਹੋ ਜਾਏ। ਮੈਂ ਅਰਜ਼ ਕਰਾਂ, ਇਹ ਆਮ ਤੌਰ ਦੇ ਉੱਤੇ ਹਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਘਰ ਦੇ ਵਿੱਚ ਸੰਤਾਨ ਹੋਵੇ ਤੇ ਸੰਤਾਨ ਪੁੱਤਰ ਹੋਵੇ, ਤੇ ਮੰਗਣਾ ਵੀ ਉਸ ਵਾਹਿਗੁਰੂ ਕੋਲੋਂ ਹੈ ਕਿ ਹੇ ਪ੍ਰਭੂ ਤੂੰ ਮੈਨੂੰ ਸਭ ਦਾਤਾਂ ਦੇ ਰਿਹਾ ਹੈ। ਜਿੱਥੇ ਸਭ ਦਾਤਾਂ ਵਾਹਿਗੁਰੂ ਦੇ ਰਿਹਾ ਹੈ, ਉੱਥੇ ਮੈਂ ਅਰਜ਼ ਕਰਾਂ, ਮਹਾਰਾਜ ਦੀ ਪੰਕਤੀ ਹੈ, ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇ। ਹੇ ਵਾਹਿਗੁਰੂ, ਮੈਂ ਤੇਰੇ ਕੋਲੋਂ ਮੰਗਦਾ ਹਾਂ, ਕਿਉਂਕਿ ਤੇਰੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ ਹਾਂ, ਜਗਤ ਦੇ ਵਿੱਚ ਹਰ ਬੰਦੇ ਦੇ ਕੋਲ ਬਹੁਤ ਕੁਝ ਹੋ ਸਕਦਾ ਹੈ, ਪਰ ਕਿਸੇ ਦੇ ਘਰ ਦੇ ਵਿੱਚ ਸਭ ਕੁਝ ਨਹੀਂ ਹੋ ਸਕਦਾ। ਕੋਈ ਨਾ ਕੋਈ ਚੀਜ਼ ਦੀ ਕਮੀ ਜ਼ਰੂਰ ਹੁੰਦੀ ਹੈ, ਸ਼ਾਰਟੇਜ ਜ਼ਰੂਰ ਹੈ,
ਇੱਕ ਸਭ ਕੁਝ ਹੈ ਤੇ ਵਾਹਿਗੁਰੂ ਦੇ ਘਰ ਦੇ ਵਿੱਚ ਹੈ। ਘਰ ਤਾਂ ਤੇਰੇ ਸਭ ਕੁਝ ਹੈ, ਜਿਸ ਦੇ ਸੋ ਪਾਵੇ। ਕਹਿੰਦੇ ਨੇ ਪਿਤਾ ਮਹਿਤਾ ਕਾਲੂ ਕਹਿੰਦੇ ਨੇ, ਤੇ ਮਾਤਾ ਤ੍ਰਿਪਤਾ ਜੀ ਪ੍ਰਸੰਨ ਹੋਏ। ਅੱਜ ਦਾ ਦਿਨ ਆਇਆ ਹੈ, ਉਹ ਖੁਸ਼ੀ ਦਾ ਸਮਾਂ ਆਇਆ ਹੈ। ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਸ਼ਾਮ ਦਾ ਸਮਾਂ ਹੈ, ਤੇ ਤਲਵੰਡੀ ਰਾਏ ਭੋਏ ਦੀ ਡਾਕਟਰ ਬਾਈ ਸਾਹਿਬ ਬਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਉਸ ਦਿਨ ਬੜੀ ਮੋਲੇ ਧਾਰ ਬਾਰਿਸ਼ ਹੋਈ ਹੈ। ਤਲਵੰਡੀ ਦੇ ਵਿੱਚ ਬੜਾ ਖੁੱਲ੍ਹ ਕੇ ਮੀਂਹ ਪਿਆ ਹੈ, ਤੇ ਉਹ ਮੀਂਹ ਜਿਹੜਾ ਹੈ, ਬਾਰਿਸ਼ ਜਿਹੜੀ ਹੈ, ਇੱਕਦਮ ਰੁਕ ਗਈ ਹੈ। ਆਮ ਤੌਰ ਦੇ ਉੱਤੇ ਪਹਾੜਾਂ ਦੇ ਵਿੱਚ ਪਤਾ ਕੀ ਹੁੰਦਾ ਹੈ, ਕਿਉਂਕਿ ਜਿਨ੍ਹਾਂ ਨੇ ਪਹਾੜ ਦੇਖੇ ਹੈ, ਮੇਰਾ ਕਾਫੀ ਸਮਾਂ ਨੈਨੀਤਾਲ, ਸ਼੍ਰੀਨਗਰ, ਸ਼ਿਮਲਾ, ਇਹ ਹੁਣ ਵੀ ਦੱਸਦਾ ਇੱਕ ਟ੍ਰਿਪ ਰਹਿ ਗਿਆ ਸੀ ਇੰਡੀਆ ਦਾ, ਜਦੋਂ ਤੋਂ ਜਨਮਿਆ ਮਨ ਦੇ ਵਿੱਚ ਸੀ ਕਿ ਉਹ ਯਾਤਰਾ ਮੈਂ ਨਹੀਂ ਕੀਤੀ, ਲੇਹ ਲਦਾਖ ਹੁਣ ਉਹ ਕਰਕੇ ਆਇਆ ਸ਼ਾਇਦ 2018 ਦੇ ਵਿੱਚ। ਜਦੋਂ ਪਹਾੜਾਂ ਦੇ ਵਿੱਚ ਬਾਰਿਸ਼ ਪੈਂਦੀ ਹੈ, ਤੇ ਮੈਂ ਅਰਜ਼ ਕਰਾਂ ਸਾਰੇ ਪਹਾੜ ਇੰਜ ਲੱਗਦੇ ਨੇ ਜਿਵੇਂ ਡਰਾਈ ਕਲੀਨ ਹੋ ਗਏ ਹੈ। ਪੱਤੇ ਜਿਹੜੇ ਨੇ ਉਹਨਾਂ ਦੇ ਵਿੱਚ ਬੰਗਰਤਾ ਆਉਂਦੀ ਹੈ, ਕੋਮਲਾਂ ਫੁੱਟਦੀਆਂ। ਤਾਂ ਉੱਥੇ ਕਵੀ ਡਾਕਟਰ ਬਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਾ ਜ਼ਿਕਰ ਕਰਦਿਆਂ ਹੋਇਆਂ ਨਾਨਕ ਪ੍ਰਕਾਸ਼ 'ਚ ਜ਼ਿਕਰ ਕੀਤਾ, ਕਿਉਂਕਿ ਅੱਜ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਤੇ ਸਤਿਗੁਰੂ ਜੀ ਨੇ ਕਹਿੰਦੇ ਨੇ ਤਲਵੰਡੀ ਜਿਹੜੀ ਹੈ ਬਾਰਿਸ਼ ਹੋਈ, ਤੇ ਸ਼ਾਮ ਨੂੰ ਬਾਰਿਸ਼ ਰੁਕ ਗਈ ਹੈ। ਤੇ ਮਹਿਤਾ ਕਾਲੂ ਜੀ ਕਹਿੰਦੇ ਨੇ ਕਿ ਅੱਜ ਤਲਵੰਡੀ ਦੇ ਵਿੱਚ ਇੰਜ ਲੱਗਦਾ ਜਿਵੇਂ ਅਜੀਬ ਤਰ੍ਹਾਂ ਦੀ ਖੁਸ਼ਬੂ ਪੈਦਾ ਹੋ ਗਈ ਹੈ, ਅਜੀਬ ਤਰ੍ਹਾਂ ਦੀ ਮਹਿਕ ਪੈਦਾ ਹੋ ਗਈ ਹੈ। ਤੇ ਉਹ ਸ਼ਾਮ ਦਾ ਸਮਾਂ ਗੁਜ਼ਰਿਆ ਹੈ। ਮਾਤਾ ਤ੍ਰਿਪਤਾ ਜੀ ਨੂੰ ਉਹ ਜਿਹੜੀ ਪ੍ਰੋਸੈਸ ਹੈ ਉਹ ਆਰੰਭ ਹੋਇਆ ਹੈ, ਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਹੈ, ਆਗਮਨ ਹੋਇਆ ਹੈ। ਮੇਰੀ ਸੇਜੜੀ ਏ ਅਡੰਬਰ ਬਣਿਆ, ਮਨ ਆਨੰਦ ਬਇਆ, ਪ੍ਰਭ ਆਵਤ ਸੁਣਿਆ। ਕਹਿੰਦੇ ਨੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ, ਤੇ ਮੈਂ ਅਰਜ਼ ਕਰਾਂ ਸਭ ਤੋਂ ਜ਼ਿਆਦਾ ਭਾਈ ਗੁਰਦਾਸ ਜੀ ਦੇ ਇਹ ਬੋਲ ਗਾਏ ਜਾਂਦੇ ਨੇ, ਇਹ ਬੋਲ ਪੜ੍ਹੇ ਜਾਂਦੇ ਨੇ। ਤੁਸੀਂ ਬਚਪਨ ਤੋਂ ਸੁਣੇ ਹੋਣਗੇ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਸਾਹਿਬ ਦਾ ਜਦੋਂ ਪ੍ਰਕਾਸ਼ ਹੋਇਆ, ਤੇ ਮੈਂ ਅਰਜ਼ ਕਰਾਂ ਉੱਥੇ ਭਾਈ ਸਾਹਿਬ ਨੇ ਜਿਹੜੀ ਤਸ਼ਬੀਹ ਹੈ ਚਾਨਣ ਨਾਲ ਦਿੱਤੀ ਹੈ, ਲਾਈਟ ਨਾਲ ਦਿੱਤੀ ਹੈ। ਕਹਿੰਦੇ ਨੇ ਧੁੰਦੂ ਕਾਰਾ ਮਿਟ ਗਿਆ, ਮੰਨ ਲਓ ਸੂਰਜਾਂ ਦਾ ਪ੍ਰਕਾਸ਼ ਹੋ ਗਿਆ। ਤੇ ਉੱਥੇ ਸਭ ਤੋਂ ਪਹਿਲੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ, ਉਹਨਾਂ ਦੀ ਜ਼ਿਆਰਤ ਇੱਕ ਮੁਸਲਮਾਨ ਔਰਤ ਦੌਲਤਾਂ ਨੇ ਕੀਤੀ ਹੈ, ਜਿਹੜੀ ਦਾਈ ਦਾ ਕੰਮ ਕਰਦੀ ਹੈ, ਮਿਡ ਵਾਈਫ ਦਾ ਕੰਮ ਕਰਦੀ ਹੈ। ਤੇ ਜਦੋਂ ਦੌਲਤਾਂ ਨੇ ਦਰਸ਼ਨ ਕੀਤੇ ਹਨ, ਤੇ ਮੈਂ ਕਈ ਦਫਾ ਅਰਜ਼ ਕਰਦਾ ਇਹ ਅਤ ਕਥਨੀ ਨਹੀਂ ਹੈ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹੈ ਉਹਨਾਂ ਨੂੰ ਤੌਫੀਕ ਕੀ ਪ੍ਰਾਪਤ ਹੋਈ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਏ। ਜਦੋਂ ਉਹ ਦੌਲਤਾਂ ਨੇ ਦਰਸ਼ਨ ਕੀਤੇ ਹਨ, ਹਜ਼ੂਰ ਦੇ ਸਭ ਤੋਂ ਪਹਿਲੇ ਉਹਨੇ ਜ਼ਿਆਰਤ ਕੀਤੀ ਹੈ, ਤੇ ਉਹ ਕਮਰੇ ਤੋਂ ਬਾਹਰ ਆਈ ਹੈ, ਰੂਮ ਤੋਂ ਬਾਹਰ ਆਈ ਹੈ। ਤੇ ਬਾਹਰ ਪਿਤਾ ਮਹਿਤਾ ਕਾਲੂ ਜੀ ਟਹਿਲ ਰਹੇ ਹੈ, ਉਹ ਘੁੰਮ ਰਹੇ ਹੈ। ਤੇ ਉਸ ਦੌਲਤਾਂ ਨੇ ਆ ਕੇ ਪਿਤਾ ਮਹਿਤਾ ਕਾਲੂ ਜੀ ਨੂੰ ਕਿਹਾ ਹੈ, ਐ ਕਾਲੂ ਤੁਹਾਨੂੰ ਵਧਾਈ ਹੋਵੇ, ਤੁਹਾਨੂੰ ਮੁਬਾਰਕ ਹੋਵੇ। ਤੇ ਮਹਿਤਾ ਕਾਲੂ ਜੀ ਇੱਕਦਮ ਥੋੜੇ ਜਿਹੇ ਨਰਵਸ ਹੁੰਦੇ ਨੇ, ਕਹਿੰਦੇ ਨੇ ਦੌਲਤਾਂ ਤੂੰ ਕੀ ਖਬਰ ਲੈ ਕੇ ਆਈ ਹੈ? ਕਹਿੰਦੀ ਤੁਹਾਡੇ ਘਰ ਇੱਕ ਸੁੰਦਰ ਬਾਲਕ ਦਾ ਜਨਮ ਹੋਇਆ ਹੈ, ਇੱਕ ਸੁੰਦਰ ਸਪੁੱਤਰ ਦਾ ਪ੍ਰਕਾਸ਼ ਹੋਇਆ ਹੈ। ਤੇ ਉੱਥੇ ਮਹਿਤਾ ਕਾਲੂ ਕਹਿੰਦੇ ਨੇ ਘਰ 'ਚ ਜਦੋਂ ਬੱਚਾ ਹੋਵੇ, ਉਹਦਾ ਸਭ ਤੋਂ ਪਹਿਲਾ ਜਿਹੜਾ ਸਿੰਪਟਮ ਹੈ, ਉਹਦਾ ਸਭ ਤੋਂ ਪਹਿਲੇ ਜਿਹੜਾ ਫੀਚਰ ਹੈ, ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ। ਮੈਡੀਕਲ ਸਾਇੰਸ ਵੀ ਕਹਿੰਦੀ ਹੈ ਅਗਰ ਬੱਚਾ ਰੋ ਨਹੀਂ ਰਿਹਾ ਤੇ ਉਹਨੂੰ ਬਕਾਇਦਾ ਰਵਾਇਆ ਜਾਂਦਾ ਹੈ,
ਦਿਸ ਇਜ਼ ਅ ਸਿੰਬਲ ਆਫ ਦਾ ਡੈਟ ਇੰਪੈਕਟ ਆਫ ਦਾ ਹਿਊਮੈਨਿਟੀ ਨਹੀਂ ਕਿ ਇਹ ਬੱਚਾ ਜਿਹੜਾ ਸਵਸਥ ਹੈ, ਤੰਦਰੁਸਤ ਹੈ, ਇਹਦੇ ਅੰਦਰ ਸਵਾਸ ਸਹੀ ਚੱਲ ਰਿਹਾ ਹੈ, ਇਹਦੇ ਅੰਦਰ ਬਲੱਡ ਸਹੀ ਚੱਲ ਰਿਹਾ ਹੈ, ਇਹਦਾ ਨਰਵਸ ਸਿਸਟਮ ਬਿਲਕੁਲ ਸਹੀ ਹੈ। ਅਗਰ ਬੱਚਾ ਰੋਂਦਾ ਨਹੀਂ ਹੈ ਤਾਂ ਡਾਕਟਰ ਪਕੜ ਕੇ ਰਵਾਉਣ ਦਾ ਯਤਨ ਕਰ ਲੇ। ਪਿਤਾ ਮਹਿਤਾ ਕਾਲੂ ਕਹਿੰਦੇ ਨੇ ਰੋਣ ਦੀ ਕੋਈ ਆਵਾਜ਼ ਨਹੀਂ ਆਈ, ਤੇ ਉੱਥੇ ਦੌਲਤਾਂ ਨੇ ਜਿਹੜੇ ਸ਼ਬਦ ਕਹੇ ਹਨ ਉਹ ਕਹਿੰਦੇ ਨੇ ਇਹ ਗੱਲ ਤੇ ਮੈਂ ਵੀ ਬੜੀ ਹੈਰਾਨ ਹਾਂ, ਮੈਂ ਵੀ ਬੜੀ ਪਰੇਸ਼ਾਨ ਹਾਂ। ਮੇਰੇ ਹੱਥੋਂ ਅਨੇਕਾਂ ਬੱਚਿਆਂ ਦਾ ਜਨਮ ਹੋਇਆ ਹੈ, ਅਨੇਕਾਂ ਬੱਚੀਆਂ ਦਾ ਜਨਮ ਹੋਇਆ ਹੈ, ਪਰ ਇਹ ਕਾਲੂ ਜੀ ਤੁਹਾਡੇ ਇਸ ਸਪੁੱਤਰ ਦਾ ਜਦੋਂ ਪ੍ਰਕਾਸ਼ ਹੋਇਆ ਹੈ, ਜਨਮ ਹੋਇਆ, ਮੈਂ ਸ਼ਬਦ ਪ੍ਰਕਾਸ਼ ਹੀ ਵਰਤ ਰਿਹਾ ਹੈ ਕਿਉਂਕਿ ਜਦੋਂ ਹਜ਼ੂਰ ਦਾ ਆਗਮਨ ਹੋਇਆ ਹੈ ਤੇ ਉੱਥੇ ਦੌਲਤਾਂ ਨੇ ਕਿਹਾ ਹੈ ਇਹ ਕਾਲੂ ਜਦੋਂ ਤੁਹਾਡੇ ਇਸ ਬਾਲਕ ਦਾ ਜਨਮ ਹੋਇਆ ਹੈ ਤੇ ਉਸ ਕਮਰੇ ਦੇ ਵਿੱਚ ਇੱਕ ਮੈਨੂੰ ਅਗੰਮੀ ਲਾਈਟ ਦਿਖਾਈ ਦਿੱਤੀ ਹੈ, ਅਗੰਮੀ ਪ੍ਰਕਾਸ਼ ਦਿਖਾਈ ਦਿੱਤਾ ਹੈ, ਤੇ ਤੁਸੀਂ ਅੰਦਰ ਜਾ ਕੇ ਦਰਸ਼ਨ ਕਰੋ। ਬਾਲਕ ਦੇ ਦਰਸ਼ਨ ਕਰਕੇ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਸਤਿਗੁਰ ਦੇ ਆਗਮਨ ਦੀਆਂ ਜਿਹੜੀਆਂ ਖੁਸ਼ੀਆਂ ਉਹ ਮਨ ਨੂੰ ਪਾਉਂਦੀਆਂ ਹੈ। ਮੈਂ ਅਰਜ਼ ਕਰਾਂ ਦੂਸਰੇ ਦਰਸ਼ਨ ਮਹਾਰਾਜ ਦੇ ਪਿਤਾ ਮਹਿਤਾ ਕਾਲੂ ਜੀ ਨੇ ਕੀਤੇ, ਦੌਲਤਾਂ ਨੇ ਕੀਤੇ, ਮਾਤਾ ਤ੍ਰਿਪਤਾ ਜੀ ਨੇ ਦਰਸ਼ਨ ਕੀਤੇ, ਉਹ ਤ੍ਰਿਪਤ ਹੋਏ ਹੈ। ਭੈਣ ਨਾਨਕੀ ਨੇ ਦਰਸ਼ਨ ਕੀਤੇ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਜਦੋਂ ਪ੍ਰਕਾਸ਼ ਹੁੰਦਾ ਹੈ, ਜਿੱਥੇ ਭਾਈ ਗੁਰਦਾਸ ਜੀ ਨੇ ਕਿਹਾ ਹੈ, ਉਹਨਾਂ ਨੇ ਬਚਨ ਕੀਤਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਦੇ ਸੰਬੰਧ ਦੇ ਵਿੱਚ ਇੱਕ ਸਵਈਆ ਹੈ। ਉਹ ਸਵਈਏ ਦੇ ਬੋਲ ਹਨ ਤੇ ਧਿਆਨ ਨਾਲ ਸਰਵਣ ਕਰਨਾ, ਉੱਥੇ ਵੀ ਗੱਲ ਪ੍ਰਕਾਸ਼ ਦੀ ਹੈ, ਉੱਥੇ ਵੀ ਗੱਲ ਚਾਨਣ ਦੀ ਹੈ। ਉਹ ਸਵਈਏ ਦੇ ਬੋਲ ਹਨ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਗੁਰੂ ਨਾਨਕ ਸਾਹਿਬ ਦਾ ਆਗਮਨ ਪ੍ਰਕਾਸ਼ ਇੰਜ ਹੈ ਜਿਵੇਂ ਅੰਧਕਾਰ ਦੇ ਵਿੱਚ ਚਾਨਣਾ ਹੋ ਗਿਆ ਹੈ। ਤੇ ਵਾਕਈ ਗੁਰੂ ਜਿਹੜੇ ਹਨ ਉਹ ਇਸ ਸੰਸਾਰ ਦੇ ਵਿੱਚ ਪ੍ਰਕਾਸ਼ ਕਰਨ ਹੀ ਆਉਂਦੇ ਹੈ। ਮੈਂ ਅੱਜ ਸਵੇਰੇ ਬਾਬਾ ਮੱਖਣ ਸ਼ਾਹ ਵੀ ਬੇਨਤੀ ਕੀਤੀ ਸੀ, ਰਾਤੀ ਪ੍ਰਕਾਸ਼ ਵੇਲੇ ਵੀ ਕੀਤੀ। ਗੁਰੂ ਦਰਅਸਲ ਸੰਸਕ੍ਰਿਤ ਦਾ ਸ਼ਬਦ ਹੈ, ਗੂ ਪਲੱਸ ਰੂ। ਗੂ ਕਹਿੰਦੇ ਨੇ ਅੰਧਕਾਰ ਨੂੰ, ਰੂ ਕਹਿੰਦੇ ਨੇ ਪ੍ਰਕਾਸ਼ ਨੂੰ। ਗੁਰੂ ਦਾ ਕੰਮ ਕੀ ਹੈ? ਗੁਰੂ ਸਾਨੂੰ ਅੰਧਕਾਰ ਦੇ ਵਿੱਚੋਂ ਕੱਢ ਕੇ ਪ੍ਰਕਾਸ਼ 'ਚ ਲੈ ਜਾਂਦਾ ਹੈ। ਅਸੀਂ ਜਿਸ ਸੰਸਾਰ 'ਚ ਜੀ ਰਹੇ ਹਾਂ, ਜਿਸ ਸਮਾਜ ਦੇ ਵਿੱਚ ਜੀ ਰਹੇ ਹਾਂ, ਉੱਥੇ ਅੰਧਕਾਰ ਹੀ ਅੰਧਕਾਰ ਹੈ। ਤੁਸੀਂ ਕਹੋਗੇ ਮੈਂ ਕੀ ਕਹਿ ਰਿਹਾ? ਗੁਸਤਾਖੀ ਮਾਫ। ਅੱਜ ਉਹ ਜ਼ਮਾਨਾ ਨਹੀਂ ਹੈ ਕਿ ਜਦੋਂ ਅਸੀਂ ਬਾਹਰ ਦੇ ਰੂਪ ਦੇ ਵਿੱਚ ਅੰਧਕਾਰ ਦੇ ਵਿੱਚ ਡਾਰਕਨੈਸ ਦੇ ਵਿੱਚ ਜਿਉਂਦੇ ਹਾਂ। ਹੁਣ ਤੇ ਦੁਨੀਆ ਦੇ ਐਸੇ ਸ਼ਹਿਰਾਂ 'ਚ ਐਸੀਆਂ ਲਾਈਟਾਂ ਹੈ ਕਿ ਲੱਗਦਾ ਅੱਧੀ ਰਾਤ ਨੂੰ ਸੂਰਜ ਹੀ ਚੜ੍ਹਿਆ ਹੋਇਆ ਹੈ। ਇਹ ਹੁਣੇ ਦਾਸ ਕਹਿਲੇ ਤੋਂ ਜਿਹੜਾ ਫੈਰੀ ਚੱਲਦੀ ਹੈ ਇੰਗਲਿਸ਼ ਚੈਨਲ ਦੇ ਵਿੱਚ ਫਰਾਂਸ ਤੋਂ ਲੰਡਨ ਨੂੰ, ਉੱਥੇ ਦੇਖ ਕੇ ਆਇਆ। ਰਾਤੀ 2 ਵਜੇ ਇੰਨਾ ਚਾਨਣ ਸੀ ਮਾਨੋ ਸੂਰਜ ਚੜ੍ਹਿਆ ਹੈ। ਪਰ ਮਹਾਰਾਜ ਕਹਿੰਦੇ ਨੇ ਨਹੀਂ, ਬੰਦਾ ਬਾਹਰ ਦੇ ਜਗਤ ਦੇ ਵਿੱਚ ਅੰਧਕਾਰ ਦੇ ਵਿੱਚ ਜੀ ਰਿਹਾ ਹੈ, ਅੰਧੇਰੇ 'ਚ ਜੀ ਰਿਹਾ ਹੈ। ਮਨ ਰੇ ਸੰਸਾਰ ਅੰਧ ਗਹਿਰਾ। ਤੇ ਇਸ ਅੰਧਕਾਰ ਦੇ ਵਿੱਚੋਂ ਗੁਰੂ ਕੀ ਕਰਦਾ ਹੈ? ਗੁਰੂ ਪ੍ਰਕਾਸ਼ ਦੇ ਵਿੱਚ ਲੈ ਜਾਂਦਾ ਹੈ, ਗੁਰੂ ਚਾਨਣੇ ਵਿੱਚ ਲੈ ਜਾਂਦਾ ਹੈ। ਤੇ ਮੈਂ ਬੇਨਤੀ ਕਰਾਂ, ਧੰਨ ਗੁਰੂ ਨਾਨਕ ਸਾਹਿਬ ਦਾ ਆਗਮਨ ਹੈ। ਮਿੰਟ ਮੇਰੇ 5 ਬਾਕੀ ਹਨ। ਮੈਂ ਬੇਨਤੀ ਕਰ ਰਿਹਾ, ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਦੇ ਵਿੱਚ ਇੱਕ ਸ਼ਬਦ ਕਹੇ ਹੈ ਤੇ ਆਸਾ ਕੀ ਵਾਰ ਦੇ ਵਿੱਚ ਅਸੀਂ ਉਹ ਰੋਜ਼ ਪੜ੍ਹਦੇ ਹਾਂ। ਪਤਾ ਸਾਹਿਬ ਕੀ ਕਹਿੰਦੇ ਨੇ? ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਗੁਰੂ ਨਾਨਕ ਸਾਹਿਬ ਤੋਂ ਬਾਰ-ਬਾਰ ਬਲਹਾਰ ਜਾਓ, ਬਾਰ-ਬਾਰ ਸਦਕੇ ਜਾਓ ਜਿਨ੍ਹਾਂ ਨੇ ਪਹਿਲੇ ਮਨੁੱਖ ਨੂੰ ਮਨੁੱਖ ਬਣਾਇਆ। ਉਸ ਵਕਤ ਮਨੁੱਖਤਾ ਜਿਹੜੀ ਹੈ
ਉਹ ਮਨੁੱਖਤਾ ਤੋਂ ਬੜੀ ਬੁਰੀ ਤਰ੍ਹਾਂ ਗਿਰ ਚੁੱਕੀ ਹੈ। ਇਨਸਾਨ ਇਨਸਾਨੀਅਤ ਤੋਂ ਬੜੀ ਬੁਰੀ ਤਰ੍ਹਾਂ ਗਿਰ ਚੁੱਕਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਸਮਾਜ ਦੇ ਜਿਹੜੇ ਤਿੰਨ ਮੁਖੀ ਹਨ, ਮੈਂ ਅਰਜ਼ ਕਰਾਂ ਉਹਨਾਂ ਦਾ ਬਾਣੀ 'ਚ ਜ਼ਿਕਰ ਕੀਤਾ ਹੈ। ਇਹ ਕਰੀਬਨ ਬਾਬਾ ਮੱਖਣ ਸ਼ਾਹ ਜੀ ਕਰੀਬਨ 10 ਨੇ 1 ਮਹੀਨਾ ਪ੍ਰਭਾਤ ਫੇਰੀਆਂ ਦੇ ਸਮਾਗਮ ਸਨ। ਵੀਰ ਜੀ ਸ਼ਾਲੂ ਜੀ ਚਲੇ ਗਏ ਹੈ। 10 ਨੂੰ ਬੜਾ ਲੰਬੇ ਸਮੇਂ ਬਾਅਦ ਮੌਕਾ ਮਿਲਿਆ। ਮੈਂ ਉੱਥੇ ਵੀ ਬੇਨਤੀ ਕੀਤੀ ਕਿ ਉਸ ਵਕਤ ਦੇ ਸਮਾਜ ਦੇ 3 ਵੱਡੇ ਪਿੱਲਰ ਹਨ। ਕਿਹੜੇ ਕਿਹੜੇ? ਕਾਜੀ ਹਨ, ਦੂਜੇ ਪਾਸੇ ਬ੍ਰਾਹਮਣ ਹਨ, ਤੀਸਰੇ ਪਾਸੇ ਸਿੱਧ ਜੋਗੀ ਹਨ। ਗੁਰੂ ਨਾਨਕ ਸਾਹਿਬ ਦੀ ਇਹਨਾਂ ਨਾਲ ਡਿਸਕਸ਼ਨ ਹੈ। ਜਪਜੀ ਸਾਹਿਬ ਦੇ ਵਿੱਚ ਵਾਰਤਾਲਾਪ ਹੈ, ਸਿੱਧ ਗੋਸ਼ਟ ਦੇ ਵਿੱਚ ਵਾਰਤਾਲਾਪ ਹੈ, ਜਨਮ ਸਾਖੀਆਂ ਦੀ ਗਵਾਹੀ ਹੈ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਤਾ ਕੀ ਕਹਿੰਦੇ ਨੇ? ਕਾਦੀ ਕੂੜ ਬੋਲ ਮਲ ਖਾਏ। ਕਾਜੀ ਝੂਠ ਬੋਲਦੇ ਨੇ ਤੇ ਝੂਠ ਵੀ ਬੜਾ ਸ਼ਿੰਗਾਰ ਕੇ ਬੋਲਦੇ ਨੇ। ਮੁਖ ਝੂਠ ਵਿਭੂਖਣ ਸਾਰੰਗ, ਉਹਦੇ ਉੱਤੇ ਬੜਾ ਵਿਭੂਖਣ ਲਗਾਉਂਦੇ ਨੇ, ਬੜੇ ਆਭੂਸ਼ਣ ਪਹਿਨਾਉਂਦੇ ਨੇ। ਤੇ ਮੈਂ ਕਈ ਦਫਾ ਅਰਜ਼ ਕੀਤੀ ਹੈ, ਮਨੋਵਿਗਿਆਨਕ ਕਹਿੰਦੇ ਨੇ ਕਿ ਇੱਕ ਝੂਠ ਨੂੰ ਬਾਰ-ਬਾਰ ਬੋਲਿਆ ਜਾਏ ਤੇ ਉਹ ਝੂਠ ਸੱਚ ਪ੍ਰਤੀਤ ਹੁੰਦਾ ਹੈ, ਉਹ ਸੱਚ ਲੱਗਦਾ ਹੈ। ਕਾਜੀ ਝੂਠੇ ਹੋ ਗਏ ਨੇ। ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ। ਬ੍ਰਾਹਮਣ ਦੇ ਵਿੱਚ ਕੋਈ ਦਇਆ ਹੀ ਨਹੀਂ ਹੈ, ਉਹਦੇ ਵਿੱਚ ਕੋਈ ਧਰਮ ਦੀ ਕਨਸੈਪਸ਼ਨ ਹੀ ਨਹੀਂ ਹੈ, ਉਹਦੇ ਵਿੱਚ ਇੰਜ ਕਹੀਏ ਕੋਈ ਮਰਸੀ ਨਹੀਂ ਹੈ, ਉਹ ਕਰਪਟ ਹੋ ਗਿਆ ਹੈ। ਤੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਫਿਰ ਜੋਗੀਆਂ ਦਾ ਜ਼ਿਕਰ ਕੀਤਾ ਹੈ। ਮਹਾਰਾਜ ਕਹਿੰਦੇ ਨੇ ਜੋਗੀ ਜੁਗਤ ਨ ਜਾਣੇ ਅੰਧ। ਤੇ ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਦੇ ਬੋਲ ਹੈ, ਤੀਨੇ ਉਜਾੜੇ ਕਾ ਬੰਦ। ਤਿੰਨੇ ਜਿਹੜੇ ਨੇ ਇਹ ਗਰਕ ਹੋ ਚੁੱਕੇ ਨੇ। ਜਦੋਂ ਸੋਸ਼ਲ ਸਿਸਟਮ ਡਿਸਟਰਪਟ ਹੋ ਗਿਆ ਹੈ, ਫੈਮਿਲੀ ਸਿਸਟਮ ਡਿਸਟਰਕਟਨ ਤੇ ਹੋ ਗਿਆ ਹੈ, ਜਦੋਂ ਧਾਰਮਿਕ ਸਿਸਟਮ ਪੂਰੀ ਤਰ੍ਹਾਂ ਕਰਪਟ ਹੋ ਗਿਆ ਹੈ, ਤੇ ਇੰਜ ਕਹੀਏ ਹਰ ਮਨੁੱਖ ਦੁਖੀ ਹੈ। ਤੇ ਜਦੋਂ ਮਨੁੱਖਤਾ ਦੀ ਧਰਤੀ ਦੀ ਪੁਕਾਰ ਅੱਜ ਦੇ ਦਿਨ ਉਸ ਅਕਾਲ ਪੁਰਖ ਨੇ ਸੁਣੀ ਹੈ, ਤੇ ਉਹ ਖੁਦ ਧੰਨ ਗੁਰੂ ਨਾਨਕ ਸਾਹਿਬ ਦਾ ਰੂਪ ਲੈ ਕੇ ਆਏ। ਜੋਗੀਆਂ ਨੂੰ ਸਿੱਧੇ ਰਾਹ ਪਾਇਆ, ਬ੍ਰਾਹਮਣਾਂ ਨੂੰ ਪਾਇਆ, ਬੋਧੀਆਂ ਨੂੰ ਪਾਇਆ, ਜੈਨੀਆਂ ਨੂੰ ਪਾਇਆ। ਤੇ ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰਦੇ ਹਾਂ, ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਗੱਲ ਲਿਖੀ, ਕਹਿੰਦੇ ਹੈ ਦੁਨੀਆ ਦੇ ਲੋਗੋ ਅਸਮਾਨ ਦੇ ਤਾਰੇ ਤੇ ਗਿਣੇ ਜਾ ਸਕਦੇ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਨੇ ਕਿੰਨਾ ਕਿੰਨਾ ਨੂੰ ਤਾਰਿਆ, ਉਹਨਾਂ ਦੀ ਗਿਣਤੀ ਨਹੀਂ ਹੈ, ਉਹਨਾਂ ਦਾ ਲੇਖਾ ਨਹੀਂ ਹੋ ਸਕਦਾ। ਪਸ਼ੂ ਪ੍ਰੇਤ ਮੁਗਧ ਕੋ ਤਾਰੇ। ਗੁਰੂ ਨਾਨਕ ਦੀ ਦ੍ਰਿਸ਼ਟੀ ਪਸ਼ੂਆਂ ਤੇ ਪਈ, ਪ੍ਰੇਤਾਂ ਤੇ ਪਈ, ਮਨੁੱਖਾਂ ਤੇ ਪਈ, ਉਹ ਦੇਵਤੇ ਬਣ ਗਏ। ਐਸੇ ਗੁਰ ਕੋ ਬਲ ਬਲ ਜਾਈਏ। ਐਸੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਤੋਂ ਬਾਰ-ਬਾਰ ਸਦਕੇ ਜਾਈਏ, ਕੁਰਬਾਨ ਜਾਈਏ, ਜਿਨ੍ਹਾਂ ਦਾ ਅੱਜ ਆਗਮਨ ਹੈ, ਪ੍ਰਕਾਸ਼ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਮੈਂ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਦੇਖਦਾ ਹਾਂ, ਜਦੋਂ ਮੈਂ ਪੈਸੀਫਿਕ ਓਸ਼ਨ 'ਤੇ ਨਿਗਾਹ ਮਾਰਦਾ ਹਾਂ, ਅਰੇਬੀਅਨ ਓਸ਼ਨ 'ਤੇ ਨਿਗਾਹ ਮਾਰਦਾ ਹਾਂ, ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਗੁਰੂ ਨਾਨਕ ਦੀ ਵਡਿਆਈ ਸਾਰੇ ਸੰਸਾਰ 'ਚ ਹੋ ਰਹੀ ਹੈ, ਸਾਰੇ ਜਗਤ ਦੇ ਵਿੱਚ ਹੋ ਰਹੀ ਹੈ। ਭਾਈ ਸਾਹਿਬ ਦੇ ਬੋਲ ਹਨ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਐਸੇ ਸਤਿਗੁਰ ਦੇ ਆਗਮਨ ਦੀਆਂ ਹਾਰਦਿਕ ਵਧਾਈਆਂ, ਸ਼ੁਭ ਕਾਮਨਾਵਾਂ। ਇਤਨੀ ਸੇਵਾ ਪ੍ਰਵਾਨ ਕਰਨੀ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਦਾਸ ਨੇ ਬੜਾ ਮਾਣ ਸਮਝ ਕੇ ਵੀਰ ਜੀ ਗੁਲਾਟੀ ਜੀ, ਕੁਲਦੀਪ ਸਿੰਘ ਜੀ ਮੇਰੇ ਬੜੇ ਪਰਮ ਮਿੱਤਰ ਹਨ, ਵੱਡੇ ਵੀਰ ਹਨ, ਉਹਨਾਂ ਨੂੰ ਬੇਨਤੀ ਕੀਤੀ ਸੀ ਤਾਂ ਇਹ ਸਮਾਂ ਬਣਿਆ ਹੈ। ਭਾਵੇਂ ਸਮਾਂ ਬੜਾ ਔਖਾ ਹੈ, ਪਰ ਜਿਤਨਾ ਵੀ ਸਮਾਂ ਹੋਵੇ ਆਪ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰ ਸਕਦੇ ਹੋ। ਅਗਲਾ ਪ੍ਰੋਗਰਾਮ ਸਰਵਣ ਕਰੋ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਜੀ ਆਇਆਂ ਨੂੰ। ਅਰਦਾਸ ਕਰੀਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਮਸਕੀਨ ਜੀ